Good morning, students. Good morning, sir. तकरीबन सारे बच्चे आ ही गए ਜਿਹੜੇ ਲੇਟ ਹੋਣਗੇ ਬਸ ਆਪਾਂ ਸਟਾਰਟ ਕਰਦੇ ਹਾਂ ਠੀਕ ਹੈ ਕਿਉਂਕਿ ਆਪਾਂ ਪਹਿਲਾਂ ਹੀ ਕਿਹਾ ਵੀ ਆਪਣਾ ਥੋੜਾ ਟਾਈਮ ਪਹਿਲਾਂ ਹੀ ਕਨੈਕਟ ਕਰਕੇ ਰੱਖਿਆ ਕਰੋ ਇਹਨੂੰ ਤਾਂ ਲਾਸਟ ਟਾਈਮ ਆਪਾਂ ਕੁਝ ਨੂਮੈਰੀਕਲਸ ਦੇ ਕਨਸੈਪਟ ਕਰ ਲਏ ਸੀਗੇ ਠੀਕ ਹੈ ਅੱਜ ਕੁਝ ਕਨਸੈਪਟ ਹੋਰ ਕਰਾਂਗੇ ਫਿਰ ਉਹਦੇ ਰਿਲੇਟਡ ਕੀ ਹੈ ਨੂਮੈਰੀਕਲਸ ਵੀ ਦੇਖਾਂਗੇ ਦੇਖੋ ਆਪਾਂ ਇੱਕ ਸੀਰੀਜ਼ ਦੀ ਗਰੁੱਪਿੰਗ ਕੀਤੀ ਸੀ ਗਰੁੱਪਿੰਗ of cells in series. अगर जी ग्रुपिंग है मैं n सैल्स की गल करा ग्रुपिंग ऑफ n सैल्स मतलब एक सैल उदा इंटरनल रेजिस्टेंस दूसरा सैल उदा इंटरनल रेजिस्टेंस तीसरा सैल उदा इंटरनल रेजिस्टेंस अप टू सो ऑन नंबर ऑफ सैल्स लगे हुए ठीक है ते जिहड़े ये n सैल्स ने ये आइडेंटिकल ने दोबारा लिख देना ग्रुपिंग ऑफ n identical cells EMF E resistance R EMF E internal resistance R EMF E internal resistance R EMF E internal resistance R आ दो ਇਹਦੇ ਕੋਈ end points नहीं this is B point and this is the I point ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੋ E net ਹੋਏਗਾ ਉਹ ਕਿੰਨਾ ਹੋਏਗਾ ਦੱਸੋ ਜੀ NE. वेरी गुड ਤਾਂ ਉਹ ਹੋਏਗਾ ਜੀ NE अच्छा R net कितना होएगा that is NR R/2. नहीं बच्चे NR सीरीज ਦੇ ਵਿੱਚ ਹੈ सीरीज ਵਿੱਚ रेजिस्टेंस ऐड ਹੁੰਦੇ ओके ਹੁਣ ਅਗਰ ਮੈਂ ਤੁਹਾਨੂੰ ਕਹਾ ਕਿ ਅਸੀਂ ਕਰੰਟ ਕੈਲਕੂਲੇਟ ਕਰਦਾ ਹੈ ਕਰੰਟ I ਵੀ ਇਸ ਸੀਰੀਜ਼ ਦੇ ਵਿੱਚੋਂ ਕੋਈ ਕਰੰਟ I ਚੱਲ ਰਿਹਾ ਹੈ ਤੇ ਇਹ ਜਿਹੜੇ ਨੰਬਰ ਆਫ ਸੈਲਸ ਨੇ n ਸੈਲਸ ਇਹਨਾਂ ਸਾਰੇ ਸੈਲਸ ਦੇ ਨਾਲ ਮੈਂ ਇੱਕ ਲੋਡ ਰੈਜ਼ਿਸਟੈਂਸ ਕਨੈਕਟ ਕਰ ਦਣਾ ਐਕਸਟਰਨਲ ਰੈਜ਼ਿਸਟੈਂਸ ਨੂੰ ਅਸੀਂ ਕੀ ਬੋਲਦੇ ਹਾਂ ਲੋਡ ਰੈਜ਼ਿਸਟੈਂਸ ਜਿਹੜੀ ਅਸੀਂ ਡਿਵਾਈਸ ਚਲਾ ਰਹੇ ਹਾਂ ਉਹਦਾ ਰੈਜ਼ਿਸਟੈਂਸ ਤਾਂ ਕਰੰਟ ਚੱਲੇਗਾ ਇਦਾਂ ਤਾਂ ਮੈਨੂੰ ਕੋਈ ਸਟੂਡੈਂਟ ਦੱਸ ਸਕਦਾ ਹੈ ਕਿ ਹਾਊ ਵੀ ਕੈਲਕੂਲੇਟ ਕਰੰਟ Sir, E R plus internal resistance plus internal resistance. वेरी गुड ਅਸੀਂ ਇਕੁਏਸ਼ਨ ਪੜ੍ਹੀ ਹੈ E is equal to I external resistance plus internal resistance ਇਹ ਜਨਰਲ ਇਕੁਏਸ਼ਨ ਹੈ मैं ਇਹਨੂੰ ਸਾਈਡ ਤੇ ਲਿਖ ਦੇਣਾ ऊपर टॉप पे लिख देना E is equal to I R plus R ਇਹ ਸਾਡੇ ਕੋਲੇ ਜਨਰਲ ਇਕੁਏਸ਼ਨ ਹੈ ਬਟ ਅਸੀਂ ਪੜ੍ਹ ਰਹੇ ਗਰੁੱਪਿੰਗ ਦੀ n ਸੈਲਸ ਦੀ ਇਹਦਾ ਮਤਲਬ E ਦੀ ਜਗ੍ਹਾ ਤੇ ਇੱਥੇ ਕੀ ਆਏਗਾ NE ਕਰੰਟ ਸਾਰੇ ਸੀਰੀਜ਼ ਸਰਕਟ ਸੇਮ ਹੁੰਦਾ I एक्सटर्नल रेजिस्टेंस हैगा R ਤੇ ਜਿਹੜਾ ਟੋਟਲ R ਇੰਟਰਨਲ ਰੈਜ਼ਿਸਟੈਂਸ ਹੈਗਾ that is NR ਤਾਂ ਬੱਚੇ ਜੇ ਅਸੀਂ ਇਥੋਂ I ਕੈਲਕੂਲੇਟ ਕਰੀਏ ਤਾਂ ਇਹ ਆਏਗਾ NE upon R plus NR ਇਸ ਫਾਰਮੂਲੇ ਤੋਂ ਇੱਕ ਬਹੁਤ ਇੰਪੋਰਟੈਂਟ ਕਨਸੈਪਟ ਜਨਰੇਟ ਹੋਣ ਵਾਲਾ ਹੈ ਉਹ ਕੀ ਹੈ फर्स्ट केस है if external resistance that means load resistance
कि अगर वैल्यू बहुत ज्यादा है एज कंपेयर टू इंटरनल रेजिस्टेंस, नेट इंटरनल रेजिस्टेंस, ਤਾਂ ਸਾਨੂੰ ਪਤਾ ਹੈ ਕਿ ਜਿਹੜੀ ਕੁਆਂਟੀਟੀ ਬਹੁਤ ਸਮਾਲ ਹੁੰਦੀ ਹੈ ਫਿਜ਼ਿਕਸ ਦੇ ਵਿੱਚ ਅਸੀਂ ਉਹਨੂੰ ਨਿਗਲੈਕਟ ਕਰ ਦਿੰਦੇ ਹਾਂ। ਦੈਟ ਮੀਨਸ ਅਸੀਂ ਕੀ ਹੈ ਇਸ ਇਕੁਏਸ਼ਨ ਦੇ ਵਿੱਚੋਂ ਐਨ ਆਰ ਨੂੰ ਨਿਗਲੈਕਟ ਕਰ ਦਾਂਗੇ। ਦੇਅਰਫੋਰ ਐਨ ਆਰ ਨੂੰ ਨਿਗਲੈਕਟ ਕਰ ਦਾਂਗੇ from 1, we get I is equal to NE by R। देखो बच्चे जे मैं एक सिंगल सैल करके करंट की गल करा तो सिंगल सैल दे विच ओम्स लॉ अकॉर्डिंग E is equal to IR करंट होंदा है। तो I is equal to की होंदा E by R। ਤੇ ਸਾਡੇ ਕੋਲੇ ਇਸ ਕੰਬੀਨੇਸ਼ਨ ਦੇ ਵਿੱਚ ਅਗਰ ਇਹ ਵਾਲੀ ਕੰਡੀਸ਼ਨ ਹੋਲਡ ਕਰਦੀ ਹੈ ਤਾਂ E by R ਬੱਚੇ n ਟਾਈਮਸ ਕੀ ਹੈ ਮਲਟੀਪਲਾਈ ਹੋ ਰਿਹਾ ਹੈ। दैट मीन ਜਿਹੜਾ ਇਹ ਕਰੰਟ ਹੋਏਗਾ ਫਿਰ ਮੈਕਸਿਮਮ ਕਰੰਟ ਹੋਏਗਾ। ਨੂਮੈਰੀਕਲਸ ਸਾਨੂੰ ਪੁੱਛਿਆ ਜਾਂਦਾ ਹੈ ਕਿ ਮੈਕਸਿਮਮ ਕਰੰਟ ਕੈਲਕੂਲੇਟ ਕਰੋ। दैट मीन ਤੁਹਾਨੂੰ ਉਸ ਤੇ ਇਹ ਕੰਡੀਸ਼ਨ ਲਗਾਉਣੀ ਪਏਗੀ। ਕੀ ਕੰਡੀਸ਼ਨ ਲਾਉਣੀ ਪਏਗੀ ਕਿ ਕਰੰਟ ਮੈਕਸਿਮਮ ਸੀਰੀਜ਼ ਦੇ ਵਿੱਚ ਉਦੋਂ ਹੋ ਸਕਦਾ ਹੈ ਜਦੋਂ ਕੀ ਹੈ एक्सटर्नल रेजिस्टेंस ਅਸੀਂ बहुत ਵੱਡਾ ਲਗਾਇਆ ਹੈ as compared to total internal resistance। मतलब फिर ਸਾਡਾ करंट n टाइम्स ਕੀ ਹੈ ਇੱਕ ਸਿੰਗਲ ਸੈੱਲ ਜਿੰਨਾ ਇੱਕ ਸਿੰਗਲ ਸੈੱਲ करंट ਜਨਰੇਟ ਕਰਦਾ ਹੈ ਉਹਦੇ ਨਾਲੋਂ n टाइम्स ਜ਼ਿਆਦਾ करंट ਜਨਰੇਟ ਕਰੇਗਾ। देखो जी बच्चे क्लियर है? Yes, sir. एक कंसेप्ट ਨੂੰ अच्छे तरीके ਨਾਲ ਧਿਆਨ 'ਚ ਰੱਖਣਾ ਹੈ। ठीक है, ਹੁਣ देखो ਜਿਵੇਂ ਆਪਾਂ ਆਪਣੇ ਕੋਲ ਕੋਈ मतलब ਸੈਲਸ ਹੁੰਦੇ ਨੇ ਨਾ, मतलब ਜਿਵੇਂ ਰਿਮੋਟ ਕੰਟਰੋਲ ਦੇ ਵਿੱਚ ਅਸੀਂ मतलब ਸੈੱਲ ਯੂਜ਼ ਕਰਦੇ ਆ ਤਾਂ ਆਪਾਂ ਦੋ ਸੈੱਲ ਲਗਾਉਣੇ ਹਨਾ। ਤੁਸੀਂ ਦੇਖਿਆ ਉਹਨੂੰ ਕਿਵੇਂ ਲਾਉਣੇ ਹੁੰਦੇ ਤੁਸੀਂ ਪੋਜ਼ਿਟਿਵ ਨੈਗੇਟਿਵ। ਠੀਕ ਹੈ, मतलब ਉਹ ਸੈਲਸ ਐਵੇਂ ਹੁੰਦੇ ਨੇ ਜੇ ਮੰਨ ਲਓ ਇੱਕ ਸਾਈਡ ਪੋਜ਼ਿਟਿਵ ਹੁੰਦੀ ਹੈ ਫਿਰ ਇੱਕ ਸਾਈਡ ਨੈਗੇਟਿਵ ਹੁੰਦੀ ਹੈ, ਇੱਕ ਸਾਈਡ ਨੈਗੇਟਿਵ ਹੁੰਦੀ ਹੈ ਇੱਕ ਸਾਈਡ ਫਿਰ ਪੋਜ਼ਿਟਿਵ ਹੁੰਦੀ ਹੈ। ਸੌਰੀ, ਇੱਕ ਸਾਈਡ ਪੋਜ਼ਿਟਿਵ ਇੱਕ ਸਾਈਡ ਨੈਗੇਟਿਵ, ਉਹ ਐਵੇਂ ਹੁੰਦਾ ਹੈ। ਇੱਕ ਸੈੱਲ ਤੁਸੀਂ ਇੱਥੇ ਲਗਾ ਦਿੰਦੇ ਹੋ, ਇੱਕ ਸੈੱਲ ਤੁਸੀਂ ਇੱਥੇ ਲਗਾ ਦਿੰਦੇ ਹੋ, मतलब पॉजिटिव नेगेटिव नेगेटिव पॉजिटिव। जब ਤੁਸੀਂ ਐਂ पॉजिटिव नेगेटिव फिर पॉजिटिव नेगेटिव ਐਦਾਂ ਕੀ ਆ ਉਹ ਸੈਲਸ ਲੱਗੇ ਹੁੰਦੇ ਨੇ। ਇਹ ਸੈਲਸ ਜਦੋਂ ਤੁਸੀਂ ਲਗਾਏ ਜਾਓਗੇ ਦੈਟ ਮੀਨਸ ਉਹ ਕਾਹ 'ਚ ਲੱਗੀ ਜਾਣਗੇ ਸੀਰੀਜ਼। ਸੀਰੀਜ਼ मतलब ਆ ਚੀਜ਼ ਹੁੰਦੀ ਹੈ। ਫਿਰ ਉਹ ਰਿਮੋਟ ਦਾ ਆਪਣਾ ਵੀ ਕੋਈ ਐਕਸਟਰਨਲ ਰੈਜ਼ਿਸਟੈਂਸ ਹੁੰਦਾ ਹੈ। ਠੀਕ ਹੈ, ਤੇ ਜੇ ਉਸ ਟਾਈਮ ਦੇ ਵਿੱਚ ਤੁਹਾਨੂੰ ਕਰੰਟ ਮੈਕਸਿਮਮ ਚਾਹੀਦਾ ਹੈ, ਤੁਸੀਂ ਚਾਹੁੰਦੇ ਵੀ ਕੋਈ ਰਿਮੋਟ ਕੰਟਰੋਲ ਹੈ ਜਾਂ ਕੁਝ ਵੀ ਹੈ ਕੋਈ ਵੀ ਡਿਵਾਈਸ ਕਰੰਟ ਮੈਕਸਿਮਮ ਟੂ ਮੈਕਸਿਮਮ ਜਨਰੇਟ ਕਰੇ ਤਾਂ ਉਹਦਾ ਇੱਕ ਹੀ ਕੇਸ ਹੋ ਸਕਦਾ ਹੈ ਕਿ ਉਹ ਸਿਰਫ ਔਰ ਸਿਰਫ ਤਾਂ ਹੋਊਗਾ ਜੇ ਉਸ ਡਿਵਾਈਸ ਦਾ ਐਕਸਟਰਨਲ ਰੈਜ਼ਿਸਟੈਂਸ ਦੀ ਵੈਲਿਊ ਉਹਦੇ ਇੰਟਰਨਲ ਰੈਜ਼ਿਸਟੈਂਸ ਦੇ ਨਾਲੋਂ ਬਹੁਤ ਜ਼ਿਆਦਾ ਹੋ। दूसरा केस आप कंसिडर करते हैं if the value of external resistance is very less than net internal resistance। अगर ये वाली कंडीशन होल्ड होंदी है तो देखो की होएगा ਅਸੀਂ R ਨੂੰ ਨਿਗਲੈਕਟ ਕਰ ਦਾਂਗੇ, R ਨੂੰ ਨਿਗਲੈਕਟ ਕਰ ਦਾਂਗੇ from equation 1। ਤਾਂ ਬੱਚੇ ਜਿਹੜਾ ਕਰੰਟ ਹੈ ਉਹ ਕੀ ਆਏਗਾ NE upon ਕੀ ਆਏਗਾ NR। I is equal to क्या आ जाएगा E by R। ये मिनिमम करंट होएगा। मतलब बिल्कुल देसी लैंग्वेज अगर मैं गल करा ਇਹਦਾ मतलब की हो गया, ਇਹਦਾ मतलब ये हो गया कि ਤੁਸੀਂ n ਸੈੱਲ ਲਗਾਤੇ, ਬਹੁਤ ਸਾਰੇ ਸੈੱਲ ਲਗਾਤੇ, ਬਟ ਜਿਹੜਾ ਐਕਸਟਰਨਲ ਰੈਜ਼ਿਸਟੈਂਸ ਹੈ ਉਹਦੀ ਵੈਲਿਊ ਬਹੁਤ ਘੱਟ ਹੈ ਤਾਂ ਤੁਹਾਡੇ n ਸੈੱਲ ਸਿਰਫ ਇੱਕ ਸੈੱਲ ਦਾ ਤੁਹਾਨੂੰ ਕਰੰਟ ਜਨਰੇਟ ਕਰਕੇ ਦੇਣਗੇ ਬਸ। मतलब वो n ਸੈਲਸ ਲਗਾਏ ਤੁਸੀਂ ਦੇਖੋ n ਸੈਲਸ ਨੇ ਬਟ ਤੁਹਾਨੂੰ ਕਰੰਟ ਕਿੰਨੇ ਦਾ ਮਿਲੂਗਾ ਸਿਰਫ ਇੱਕ ਸੈੱਲ ਦਾ ਕਰੰਟ। अगर इस लोड रेजिस्टेंस की वैल्यू की हुई बहुत घट हुई एज कंपेयर टू एक्सटर्नल रेजिस्टेंस। ठीक है बच्चे, क्लियर है जी? Yes, sir. ओके, ਜਿਹੜੇ ਬੱਚੇ ਲੇਟ ਆਏ ਨੇ ਜੀ ਉਹ ਆਪਣਾ ਜਲਦੀ ਆਇਆ ਕਰੋ। ਮੈਂ ਪਹਿਲਾਂ ਵੀ ਕਿਹਾ ਸੀਗਾ ਵੀ ਜ਼ਿਆਦਾ ਟਾਈਮ ਵੇਟ ਨਹੀਂ ਹੋਇਆ ਕਰੇ ਕਿਉਂਕਿ ਮੇਰੇ ਕੋਲ ਟਾਈਮ ਇਹ ਘੱਟ ਹੀ ਹੁੰਦਾ ਹੈ, ਇਸ ਤੋਂ ਬਾਅਦ ਹੋਰ ਵੀ ਕੰਮ ਹੁੰਦੇ ਨੇ ਥੋੜੇ ਜਿਹੇ।
ਅੱਜ ਗੁੰਦੀਪ ਲੇਟ ਆਈ ਹੈ, ਫਿਰ ਇੱਕ ਤਜਿੰਦਰ ਵੀ ਲੇਟ ਆਈ ਹੈ, ਹਰਲੀਨ ਵੀ ਲੇਟ ਆਈ ਹੈ। ਓਕੇ, ਫਿਰ ਹੈਗਾ ਜੀ ਗਰੁੱਪਿੰਗ ਆਫ n identical cells in parallel। ਇਹ ਵੀ ਆਪਾਂ ਪੜ੍ਹ ਲਿਆ, ਹੁਣ ਥੋੜਾ ਜਿਹਾ ਇਹਨੂੰ ਸਮਝਦੇ ਹਾਂ। ਮੰਨ ਲਓ ਬੁੱਕ ਦੇ ਵਿੱਚ ਨਾ ਪੈਰਲਲ ਵਾਲੀ ਜਗ੍ਹਾ ਤੇ m ਲਿਖ ਦਿੰਦੇ ਨੇ, ਤੁਹਾਡੀ ਮਰਜ਼ੀ ਹੈ, ਚਾਹੇ n ਲਿਖੋ m ਲਿਖੋ, ਤੁਹਾਡੀ ਮਰਜ਼ੀ ਹੈ। ਮਤਲਬ ਜਿਵੇਂ ਆ ਇੱਕ ਸੈੱਲ, ਫਿਰ ਉਹਦਾ ਇੰਟਰਨਲ ਰੈਜ਼ਿਸਟੈਂਸ, ਫਿਰ ਆ ਦੂਸਰਾ ਸੈੱਲ, ਉਹਦਾ ਇੰਟਰਨਲ ਰੈਜ਼ਿਸਟੈਂਸ, ਫਿਰ ਆ ਤੀਸਰਾ ਸੈੱਲ, ਉਹਦਾ ਇੰਟਰਨਲ ਰੈਜ਼ਿਸਟੈਂਸ, ਅਪ ਟੂ ਸੋ ਔਨ। ਏਦਾਂ ਚੱਲਦੇ ਚੱਲਦੇ ਕੀ ਹੈ, ਨੰਬਰ ਆਫ ਸੈਲਸ ਲੱਗੇ ਹੋਏ ਹੈ, EMF E, resistance R, EMF E, resistance R, EMF E, resistance R, EMF E, resistance R। ਸਾਰਿਆਂ ਦੀ EMF E ਹੈ ਤੇ resistance ਕੀ ਹੈ, R ਹੈ। ਤਾਂ ਪੈਰਲਲ ਦੇ ਵਿੱਚ ਮੈਨੂੰ ਦੱਸੋ ਜੀ ਨੈਟ EMF ਕਿੰਨੀ ਹੁੰਦੀ ਹੈ? Sir, E1 E2 upon E1 plus E2. E1 E2 upon E1 plus E2। Yes, sir. ਪੱਕਾ? ਬੱਚੇ ਆਪਾਂ ਫਾਰਮੂਲਾ ਪੜਿਆ ਸੀਗਾ E net ਦਾ, that is E1 R2 plus E2 Plus R1 E2 R upon upon E1 E1 upon plus E2. E2 sorry upon R1 plus R2 ਸੀਗਾ। ਪਰ ਇਹ ਸਾਰੇ ਸੈੱਲ ਕੀ ਨੇ, ਆਇਡੈਂਟੀਕਲ, ਤੇ ਇਹਨਾਂ ਦਾ ਰੈਜ਼ਿਸਟੈਂਸ ਵੀ ਕੀ ਨੇ, ਆਇਡੈਂਟੀਕਲ। ਤਾਂ ਜਦੋਂ ਤੁਸੀਂ E ਦੀ ਜਗ੍ਹਾ E1 ਦੀ ਜਗ੍ਹਾ ਤੇ E ਰੱਖੋਗੇ, R1 ਦੀ ਜਗ੍ਹਾ ਤੇ R ਪਲੱਸ E2 ਦੀ ਜਗ੍ਹਾ ਤੇ E, R1 ਦੀ ਜਗ੍ਹਾ ਤੇ R upon ਨੀਚੇ ਕਿੰਨਾ ਆ ਜਾਊਗਾ 2R, R ਨਾਲ R ਕੈਂਸਲ, ਮਤਲਬ ਕਿੰਨਾ ਆ ਜਾਏਗਾ, ਇਹ E ਆ ਜਾਏਗਾ। E ਨੈਟ ਕਿੰਨਾ ਆ ਜਾਏਗਾ, E ਆ ਜਾਏਗਾ। ਓਕੇ, ਉਸ ਤੋਂ ਬਾਅਦ ਅਗਰ ਮੈਂ ਤੁਹਾਡੇ ਕੋਲੇ R ਨੈਟ ਦੀ ਗੱਲ ਕਰਾਂ, R ਨੈਟ ਕਿੰਨਾ ਹੋਏਗਾ? R by 2. R by 2, N ਨੇ ਬੱਚੇ। R by N. Sir, हाँ, R very good, that is R by N। बहुत अच्छे। अच्छा ਹੁਣ ਮੈਨੂੰ ਇਹਦੀ ਕਰੰਟ ਦੀ ਇਕੁਏਸ਼ਨ ਲਿਖਾਓ। ਜੇ ਮੈਂ ਇਹਨੂੰ ਕੀ ਹੈ, ਸਾਰੇ ਨੂੰ ਇੱਕ ਐਕਸਟਰਨਲ ਰੈਜ਼ਿਸਟੈਂਸ ਦੇ ਨਾਲ ਮੈਂ ਕਨੈਕਟ ਕਰਦਾ, ਜਿਹਦਾ ਰੈਜ਼ਿਸਟੈਂਸ R ਹੈ, ਤਾਂ ਆਪਾਂ ਨੂੰ ਪਤਾ ਹੈ ਇਹਦੇ ਵਿੱਚ ਕਰੰਟ ਫਲੋ ਕਰੇਗਾ, ਤੇ ਉਹ ਕਰੰਟ ਦੀ ਇਕੁਏਸ਼ਨ ਕੀ ਹੋਏਗੀ? Sir, NE upon ਬੱਚੇ ਹੁਣ NE ਨਹੀਂ ਆਏਗਾ, ਸਿੰਪਲ ਕੀ ਹੈ E, ਤਾਂ ਕੀ ਹੋਗਾ E upon, ਹਾਂਜੀ ਅੱਗੇ ਬੋਲੋ। N external R external resistance एक्सटर्नल रेजिस्टेंस बच्चे R प्लस इंटरनल रेजिस्टेंस क्या होगा, R by N। internal R by ਤੁਸੀਂ ਫਾਰਮੂਲੇ ਦੀ ਇਹ ਫਾਰਮੂਲੇ ਨੂੰ ਯਾਦ ਰੱਖੋ ਵੀ I ਕੀ ਹੁੰਦਾ ਹੈ, I is equal to E net upon एक्सटर्नल रेजिस्टेंस ਦਾ R ਹੈ ਪਲੱਸ ਕੀ ਹੁੰਦਾ R net। ਇਹ ਫਾਰਮੂਲਾ ਹੈ, ਬੰਦਾ ਕਿ ਮੈਂ ਬਹੁਤ ਵਾਰੀ ਦੱਸਤਾ E is equal to V plus IR ਤੋਂ, ਇੱਥੋਂ ਹੀ ਫਾਰਮੂਲਾ। अच्छा हम इन थोड़ा सॉल्व करते हैं। तो I देखो एलसीएम लाओगे, ठीक है, E अपॉन एलसीएम आ गया N, ये की हो जाएगा NR प्लस की है R, यही N ऊपर जाके की हो जाएगी मल्टीप्लाई। तो इनू मैं इथों हटा देना, इथे लिख देना, तो साडे कोल आ बन गया जी फॉर्मूला।
ਹੁਣ ਪੈਰਲਲ ਕੰਬੀਨੇਸ਼ਨ ਦੇ ਵਿੱਚ ਅਸੀਂ n ਸੈਲਸ ਲਗਾ ਰਹੇ ਹਾਂ ਤੇ ਅਸੀਂ ਇਹ ਦੇਖਣਾ ਹੈ ਵੀ ਕਰੰਟ ਮੈਕਸਿਮਮ ਕਦੋਂ ਹੋਏਗਾ ਤੇ ਕਰੰਟ ਮਿਨੀਮਮ ਕਦੋਂ ਹੋਏਗਾ। ਬਸ ਕੰਡੀਸ਼ਨਸ ਲਾ ਦੋ। पहली कंडीशन लगा दो, इफ जेड़ा R है मतलब एन आर है इज वेरी वेरी ग्रेटर देन R, देन I बच्चे कितना होएगा, दैट इज एन ई बाय आर। दैट मीन्स तुहाडा करंट n टाइम्स इंक्रीज हो जाएगा। देखो पहला वाले केस नालों ऑपोजिट केस है ये। पैरेलल दे विच अगर लोड रेजिस्टेंस की वैल्यू ज्यादा होएगी तो करंट की होएगा, मैक्सिमम होएगा। दूसरा अगर असी की है पहला वाले च आपां कीता सी R की वैल्यू पहला वाले केस अपने को की सीगा I इज इक्वल टू E एन ई अपॉन R प्लस एन आर। हाँ ਉਹਦੇ ਵਿੱਚ ਸੀ ਵੀ ਜੇ R ਦੀ ਵੈਲਿਊ ਜ਼ਿਆਦਾ ਹੁੰਦੀ ਹੈ NR ਦੇ ਨਾਲੋਂ। हाँ ठीक है, ਉਦੋਂ ਉਹ ਆਪੋਜ਼ਿਟ ਹੈ ਜੀ ਪਹਿਲਾਂ ਵਾਲੇ ਤੋਂ। ठीक है, फिर दूसरा जो मैं कहा इफ NR इज वेरी वेरी स्मॉलर देन। हाँ जी सर इस दे विच हाँ जी हाँ मैं गलत थोड़ा गलत लिख गया, मैं भी सोच रहा सी मैंने लग रहा सी गलती लिखी। अगर जी एन आर की वैल्यू बहुत ज्यादा होगी आर के नालों तो ਅਸੀਂ आर ਨੂੰ ਨਿਗਲੈਕਟ ਕਰਾਂਗੇ तो एन आर ਨਾਲ डिवाइड होएगा। एन ਨਾਲ एन की है कैंसिल हो जाएगा तो आई कितना होएगा, आई कह रहे थे ना गलती है ई बाय आर। यस सर हाँ तो ये करंट बच्चे मिनिमम होएगा, ताकि मैंने कन्फ्यूजन लग रही थी मैं कुछ गलत कर रहा। मिनिमम अगर एन आर की वैल्यू बहुत घट होएगी आर दे नालों तो ਅਸੀਂ एन आर ਨੂੰ ਕੀ ਨਿਗਲੈਕਟ ਕਰਾਂਗੇ। हाँ ਹੁਣ बिल्कुल सही है, then I is equal to एन ई अपॉन की हो जाएगा R, फिर ये बच्चे होएगा मैक्सिमम करंट। तो पैरेलल ਦੇ ਵਿੱਚ ਜੇ ਤੁਹਾਨੂੰ मैक्सिमम करंट ਚਾਹੀਦਾ ਹੈ ਤਾਂ ਉਹਦੇ ਲਈ ਤੁਹਾਨੂੰ ਕੀ ਹੈ ਜਿਹੜਾ एक्सटर्नल रेजिस्टेंस ਆ ਉਹਦੀ ਵੈਲਿਊ ਕੀ ਹੈ ਘੱਟ ਰੱਖਣੀ ਪਊਗੀ ਇਹਦੇ ਕੰਪੈਰੀਜ਼ਨ इंटरनल रेजिस्टेंस ਦੇ ਕੰਪੈਰੀਜ਼ਨ। ਤਾਂ ਇਹਦੇ ਨਾਲ ਦੇ ਮੈਂ ਤੁਹਾਨੂੰ ਨੂਮੈਰੀਕਲ ਵੀ ਕਰਵਾਉਣਾ ਹੁਣ। ठीक है कि फिर ਤੁਹਾਨੂੰ पता लग जाएगा भी किद्दां ਇਹਦਾ क्वेश्चन आउंदा है भी करंट मैक्सिमम फाइंड करो। ठीक है, ਜਾਂ करंट मिनिमम फाइंड करो। ठीक है, ਤੁਸੀਂ सीरीज लगाओगे ਜਾਂ पैरेलल लगाओगे, ये सारा कुछ डिपेंड करता है। देखो ध्यान रखियो किते लोड रेजिस्टेंस ते पैरेलल ਦੇ ਵਿੱਚ अगर लोड रेजिस्टेंस की वैल्यू ज्यादा है ਤਾਂ ਕੀ है करंट आएगा मिनिमम, अगर लोड रेजिस्टेंस की वैल्यू घट है तो करंट आएगा मैक्सिमम। ठीक है जी, क्लियर है बच्चे? Yes, sir. बाकी सारे समझ लग रहे जी? Yes, sir. ओके, वीडियो वगैरह ठीक है? Yes, sir. नेक्स्ट एक तो न्यूमेरिकल आप देख लेने, कुछ और तो नहीं कराना सीगा। सीरीज ਦੇ ਵਿੱਚ हो गया, मैक्सिमम हो गया। चलो जी न्यूमेरिकल नोट करो जी। एक ਇਹ न्यूमेरिकल मैं ਤੁਹਾਨੂੰ ਕੱਲ ਕਰਵਾਇਆ ਸੀ, ਉਹਦੇ ਨਾਲ ਦੇ ਇੱਕ न्यूमेरिकल करवा रहे ਤਾਂ ਕਿ मैं देखा कि ਕਿਹੜੇ स्टूडेंट सॉल्व ਕਰਦੇ ਹਨ। एक वोल्टमीटर है जी, आ वोल्टमीटर of resistance 990 ohm is connected across a cell of EMF 3 volt and internal resistance 3 ohm
find the terminal potential difference and percentage error in the reading of voltmeter. बिल्कुल डिटो न्यूमेरिकल कल कीता सी, करो। बोलो बच्चे कितना आंसर आ रहा है? 10 मिनट रह गए। .33 volt percent, sorry. 0.33 33 0.33% इज राइट आंसर, बिल्कुल राइट है जी। ते वोल्टेज पोटेंशियल डिफरेंस कितना है? 2.99. वेरी गुड, 2.99 वोल्ट, बिल्कुल सही है, बिल्कुल एग्जैक्ट आंसर है जी। ठीक है, जिन्हों का हो गया वैल एंड गुड है, जिन्हों का नहीं होया वो ट्राई करियो। प्रियांशु तुसी अपना जो न्यूमेरिकल सॉल्व किया है ना ये वाला, इनू की फोटो खिंच के ग्रुप च पा दो। मैं दोबारा नहीं कराना है क्योंकि बिल्कुल डिटो न्यूमेरिकल मैं करा चुकी हूँ। ऐसा तुसी अपने आप तो बिल्कुल भी एफर्ट नहीं करना है। नेक्स्ट क्वेश्चन देखो जी की है, एक अपन सर्किट दिता होएगा, ठीक है जी, ਉਹਦੇ ਵਿੱਚ ਆਪਾਂ ਨੂੰ ਕੀ ਹੈ a potential difference of 3 volt, a potential difference of 3 volt is required between the points C and D, between the points, लेक्चर का अपना टाइम खत्म होने वाला है, ठीक है, दोबारा कनेक्ट कर लो, between C and D, find the value of R2, the value of R2। सर्किट मैं इत्थे बना देना, 12 वोल्ट का सैल है, 1 ओम ਇਹਦੀ इंटरनल रेजिस्टेंस है, कोई सर्टेन करंट आई ਇਹਦੇ ਵਿੱਚੋਂ फ्लो कर रहे हैं, ये जो एक्सटर्नल रेजिस्टेंस है ये हैगा 5 ओम, आ कोई दो पॉइंट्स ने सी डी, इत्थे रेजिस्टेंस कितना लगूगा R2 ताकि सानू पोटेंशियल डिफरेंस 3 वोल्ट मिले।
ਲਓ ਜੀ ਤੁਹਾਨੂੰ 2-3 ਮਿੰਟ ਦਾ ਮੈਂ ਟਾਈਮ ਦਿੰਦਾ ਕਰਨ ਵਾਸਤੇ ਇਹਨੂੰ, ਠੀਕ ਹੈ। ਅਗਰ ਨਹੀਂ ਹੋਏਗਾ ਤਾਂ ਮੈਂ ਕਰਾਉਂਗਾ। ਸਾਰੇ ਜਣੇ ਟਰਾਈ ਕਰੋ, ਸੋਚੋ, ਦਿਮਾਗ ਲਗਾਓ ਕਿ ਇਸ ਰੈਜ਼ਿਸਟੈਂਸ ਦੇ ਅਕ੍ਰੋਸ ਤੁਹਾਨੂੰ 3 ਵੋਲਟ ਪੋਟੈਂਸ਼ੀਅਲ ਚਾਹੀਦਾ ਹੈ ਤੇ ਰੈਜ਼ਿਸਟੈਂਸ ਦੀ ਵੈਲਿਊ ਅਸੀਂ ਫਾਈਂਡ ਕਰਨੀ ਹੈ। ਸਾਡੇ ਕੋਲੇ ਸੈੱਲ ਦੀ EMF ਦਿੱਤੀ ਹੋਈ ਹੈ, ਇੱਕ ਸਾਨੂੰ ਐਕਸਟਰਨਲ ਰੈਜ਼ਿਸਟੈਂਸ ਦੀ ਵੈਲਿਊ ਪਤਾ ਹੈ, ਇੰਟਰਨਲ ਰੈਜ਼ਿਸਟੈਂਸ ਸਾਨੂੰ ਪਤਾ ਹੈ, ਫਾਰਮੂਲੇ ਵੀ ਤੁਹਾਨੂੰ ਬਾਰ-ਬਾਰ ਨੋਟ ਕਰਵਾਤੇ। ਸੋਚੋ ਕਿੱਦਾਂ ਕਰੋਗੇ। बहुत ईजी है, थोड़ा जिहा भी ध्यान नाल सोचो, थोड़ा जिहा क्योंकि ਇਹਦੇ ਅਕ੍ਰੋਸ हमें वोल्टेज गिवन है, ये रेजिस्टेंस फाइंड करना है। ਤਾਂ ਸੋਚੋ ਅਗਰ ਤੁਹਾਨੂੰ ਵੋਲਟੇਜ ਗਿਵਨ ਹੋਵੇ, ਰੈਜ਼ਿਸਟੈਂਸ ਫਾਈਂਡ ਕਰਨਾ ਹੋਵੇ ਤਾਂ ਤੁਹਾਨੂੰ ਇੱਕ ਹੋਰ ਕੁਆਂਟੀਟੀ ਕਿਹੜੀ ਚਾਹੀਦੀ ਹੈ। ਪਰ ਜਿਹਦੇ ਦਿਮਾਗ 'ਚ ਉਹ ਕੁਆਂਟੀਟੀ ਬਾਰੇ ਆ ਗਿਆ ਤਾਂ ਉਹ ਤਾਂ ਨੂਮੈਰੀਕਲ ਹੋ ਜਾਊਗਾ। कोई स्टूडेंट मैनू टेक्निक दस सकता जी, सिर्फ और सिर्फ टेक्निक ये की टेक्निक यूज करोगे? सर 2 ohm। साक्षी बोल रही है? यस सर। श्योर है? यस सर। जे गलत होया तो 500 फाइन पेगा। कोई ना सर। हाँ, बिल्कुल ठीक है जी, वेरी गुड, बहुत अच्छी। बाकी स्टूडेंट जो ट्राई कर रहे हैं कोई मैंने दस सकता है कि की टेक्निक यूज कर रहे हो? सर पहला रेजिस्टेंस फाइंड कर लांगी। रेजिस्टेंस का ही फाइंड करना है, किवें करोगे? सर IR is equal to 3V ਦੇ ਇਕੁਅਲ ਰੱਖ ਲਾਂਗੇ। हाँ वेरी गुड, IR इज इक्वल, देखो ओम्स लो लाओ, V इज इक्वल टू IR, R केड़ा R2, इस रेजिस्टेंस के अक्रॉस ਉਹਨੂੰ वोल्टेज कितनी चाहिए 3। ਹੁਣ देखो R2 ਅਸੀਂ फाइंड करना ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਜੇ ਅਸੀਂ ਆ I कैलकुलेट कर लिए सर्किट ਦੀ ਤਾਂ ਸਾਡਾ क्वेश्चन हो गया। ਤਾਂ बस I कैलकुलेट करने वास्ते बड़ा सिंपल है जी, ਸਾਡੇ ਕੋਲੇ इक्वेशन पता है E is equal to I। ਹੁਣ देखो ਇੱਥੇ ਇੱਕ ਤਾਂ एक्सटर्नल रेजिस्टेंस ਹੈਗਾ R1, ਤਾਂ ਮੈਂ ਲਿਖਤਾ R1 प्लस एक रेजिस्टेंस हैगा R2, तो मैं लिखता R2। टोटल रेजिस्टेंस ਹੁੰਦਾ ना, एक हैगा इंटरनल रेजिस्टेंस दैट इज R। अच्छा EMF ਸਾਨੂੰ गिवन है सैल दी कितनी है 12 वोल्ट, करंट ਸਾਨੂੰ नहीं पता। ओके R1 कितना है 5 है, R2 ਸਾਨੂੰ नहीं पता। अच्छा R कितना है दैट इज 1, तो 12 इज इक्वल टू I। 5 plus 6 कितना, 5 plus 1 कितना होगा 6 प्लस R2, इन्हें मल्टीप्लाई कर दो, तो 12 is equal to 6I plus I of R2। आ देखो I of R2 अपन गिवन है कितना 3, तो इत्थे वैल्यू पुट कर दो 3, तो 12 is equal to 6I plus कितना हो गया 3। इन्हें इधर ले जाओ तो कितना हो गया ये 9 is equal to 6I, तो बच्चे I कितना आ गया 9/6, मतलब 3 2 3 6, 3 3 9, तो I बच्चे आ गया 3/2 एम्पीयर। मतलब बहुत इंटरेस्टिंग ने यार, जे अस मतलब थोड़ा जिहा भी इनू मतलब जाने कि ध्यान नाल सोचांगे। देखो I आ गया, इस I दी वैल्यू इत्थे पुट कर, देयरफॉर 3 इज इक्वल टू 3/2 into R। 3 ना 3 कैंसिल, तो R2 कितना आ गया, क्लियर? आ जेडे बोलदे ने ना, जे इन्हां दे सारिਆਂ दे घरे फोन लाउणा मैं,
Yes, sir. sir. अर्शदीप के घरे भी Yes, फोन जाऊगा sir. जो करमी ते दिव्यांशी Yes, sir. दीक्षा परनीत ਦੇ ਘਰੇ ਤਾਂ ਜ਼ਰੂਰ ਜਾਊਗਾ ਨਵਦੀਪ Sir, ਮੈਂ ਆਨਸਰ ਦੱਸਿਆ ਸੀ। ਹਾਂਜੀ ਸਰ ਮੈਂ ਹੀ ਤਾਂ ਦੱਸਿਆ ਸੀ ਦੀਕਸ਼ਾ ਨੇ। ਹਾਂ ਤੁਸੀਂ ਤਾਂ ਦੱਸਿਆ ਸੀ ਤੁਹਾਡਾ ਨਾਮ ਥੋੜੀ ਲੈਤਾ ਦਿਵਿਆਂਸ਼ੀ ਆਖਿਆ ਮੈਂ ਤਾਂ ਲਿਆ ਸੀ ਸਰ ਤੁਸੀਂ। ਅੱਛਾ ਚਲੋ ਕੋਈ ਗੱਲ ਨਹੀਂ ਮਾਫ ਕਰ ਦਿਓ ਤੇ ਇਸ ਤੋਂ ਬਾਅਦ ਜਸ਼ਨ ਚਹਿਲ ਅੱਜ ਸਾਰਿਆਂ ਦੇ ਘਰੇ ਫੋਨ ਕਰੂੰਗਾ ਦੇਖਦੇ ਆ ਘਰ ਦੇ ਕੀ ਕਹਿੰਦੇ ਵੀ ਘਰੇ ਪੜ੍ਹਦੀਆਂ ਵੀ ਨੇ ਕਿ ਸਾਰਾ ਦਿਨ ਸੁੱਤੀਆਂ ਰਹਿੰਦੀਆਂ ਨੇ ਅੱਜ ਸਾਰਿਆਂ ਦੀ ਫੀਡਬੈਕ ਤੁਹਾਡੇ ਤੋਂ ਲੈ ਲਈ ਹੁਣ ਤੁਹਾਡੇ ਘਰਦਿਆਂ ਤੋਂ ਲਵਾਂਗਾ ਅੱਜ ਫੋਨ ਨੂੰ ਬੰਦ ਨਾ ਕਰ ਦਿਓ ਅੱਛਾ ਮੈਂ ਫੋਨ ਕਰੂੰਗਾ ਦੇਖੀ ਕੀ ਕਹਿੰਦੇ ਨਾਲੇ ਪੇਰੈਂਟਸ ਓ ਵਾਹਿਗੁਰੂ ਚਲੋ ਜੀ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਆ ਵੀ ਕੁਐਸਚਨ ਬਹੁਤ ਵਧੀਆ ਕੁਐਸਚਨ ਹੈ ਜੀ ਆ 2 ਵੋਲਟ ਦਾ ਸੈੱਲ ਹੈ ਇਹ 12 ਵੋਲਟ ਦਾ ਸੈੱਲ ਹੈ ਠੀਕ ਹੈ ਇਹ 5500 ਓਮ ਦਾ ਰੈਜ਼ਿਸਟੈਂਸ ਹੈ ਇੱਥੇ ਗਲਵੈਨੋਮੀਟਰ ਹੈ ਇਹ 0 ਐਂਪੀਅਰ ਦੀ ਰੀਡਿੰਗ ਦਿਖਾ ਰਿਹਾ ਹੈ मतलब कोई करंट नहीं फ्लो कर रहा है इस सर्किट चों इस वाले सर्किट चों आ रजिस्टेंस आ रहा है तां कहंदे जेड़ा बैटरीज दा इंटरनल रजिस्टेंस हो बहुत स्मॉल है मतलब नेगलिजिबल है वो सानू कंसीडर करने की लोड़ नहीं है सानू स्टेटमेंट गिवन है कहंदे आर दी वैल्यू दसो कितनी होएगी आ क्वेश्चन है तां इहदे लई अपने कोल टाइम भी 1 मिनट रह गया ठीक है और एक टाइम तो घट ही रह गया एक फटाफट चीज देख लो जदों असीं की है